ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਸਤੰਬਰ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਯੋਹੰਨਾ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਜਵਾਬੀ ਪੜ੍ਹਾਈ। ਇਸਤਸਨਾ। ਸੁਣ ਐ ਇਸਰਾਏਲ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ। ਤੇ ਜਦ ਖੁਦਾਵੰਦ ਤੇਰਾ ਰੱਬ ਤੈਨੂੰ ਉਸ ਦੇਸ਼ ਵਿੱਚ ਅਪੜਾਵੇ ਜਿਹੜਾ ਤੈਨੂੰ ਦੇਣ ਦੀ ਕਸਮ ਉਹਨੇ ਤੇਰੇ ਪਿਓ ਦਾਦੇ ਤੇ ਇਜ਼ਹਾਕ ਤੇ ਯਕੂਬ ਨਾਲ ਖਾਧੀ ਸੀ, ਤੇ ਜਦ ਉਹ ਤੈਨੂੰ ਵੱਡੇ ਵੱਡੇ ਤੇ ਚੰਗੇ ਸ਼ਹਿਰ ਨੂੰ ਜਿਨ੍ਹਾਂ ਨੂੰ ਤੂੰ ਨਹੀਂ ਬਣਾਇਆ ਦੇਵੇ, ਤੇ ਤੂੰ ਹੁਸ਼ਿਆਰ ਰਵੀਂ। ਜਾਂ ਇੰਜ ਨਾ ਹੋਵੇ ਭਈ ਤੂੰ ਖੁਦਾਵੰਦ ਨੂੰ ਜਿਹੜਾ ਤੈਨੂੰ ਮਿਸਰ ਦੇਸ਼ ਵਿੱਚੋਂ ਯਾਨੀ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਭੁੱਲ ਜਾਵੇਂ। ਤੂੰ ਜਾਣ ਪਛਾਣੀ ਨਾਲ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਤੇ ਸ਼ਹਾਦਤਾਂ ਤੇ ਆਇਨ ਨੂੰ ਜਿਹੜੇ ਉਹਨੇ ਤੈਨੂੰ ਦੱਸੇ ਨੇ ਮੰਨੀ, ਤੇ ਤੂੰ ਉਹੀ ਕਰੀ ਜੋ ਖੁਦਾਵੰਦ ਦੀ ਨਿਗਾਹ ਵਿੱਚ ਠੀਕ ਤੇ ਚੰਗਾ ਏ, ਤਾਂ ਜੋ ਤੇਰਾ ਭਲਾ ਹੋਵੇ। ਤੇ ਜਿਸ ਚੰਗੇ ਮੁਲਕ ਦੇ ਬਾਰੇ ਖੁਦਾਵੰਦ ਨੇ ਤੇਰੇ ਪਿਓ ਦਾਦੇ ਨਾਲ ਕਸਮ ਖਾਧੀ, ਤੂੰ ਉਹਦੇ ਵਿੱਚ ਵੜ ਕੇ ਉਹਦੇ ਉੱਤੇ ਕਬਜ਼ਾ ਕਰ ਸਕੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਵੀਂ, ਨਾ ਕਿਸੇ ਸ਼ੈ ਦੀ ਸੂਰਤ ਬਣਾਵੀਂ ਜਿਹੜੀ ਅਸਮਾਨ ਵਿੱਚ ਜਾਂ ਹੇਠਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਪਾਣੀ ਵਿੱਚ ਏ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀ ਤੇ ਨਾ ਉਹਨਾਂ ਦੀ ਇਬਾਦਤ ਕਰੀ, ਕਿਉਂ ਜੇ ਮੈਂ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ, ਤੇ ਜਿਹੜੇ ਮੇਰੇ ਨਾਲ ਵੈਰ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਤੇ ਚੌਥੀ ਪੀੜ੍ਹੀ ਤੀਕਰ ਪਿਓ ਦਾਦੇ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ। ਤੇ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਦਾ ਵਾਂ। ਵਾਜ਼। ਯਰੂਸ਼ਲਮ ਦੇ ਬਾਦਸ਼ਾਹ ਦਾਊਦ ਦੇ ਪੁੱਤਰ ਵਾਜ਼ ਦੀਆਂ ਗੱਲਾਂ। ਮੈਂ ਸਾਰਿਆਂ ਕੰਮਾਂ ਉੱਤੇ ਜਿਹੜੇ ਜੱਗ ਵਿੱਚ ਕੀਤੇ ਜਾਂਦੇ ਨੇ ਨਜ਼ਰ ਕੀਤੀ, ਤੇ ਵੇਖ ਇਹ ਸਭ ਕੁਝ ਬੁਤਲਾਨ ਤੇ ਹਵਾ ਦੀ ਚਰਾਨ ਏ। ਉਹ ਜਿਹੜਾ ਵਿੰਗਾ ਏ ਸਿੱਧਾ ਨਹੀਂ ਹੋ ਸਕਦਾ, ਤੇ ਨਾਕਸ ਨੂੰ ਕਿਸੇ ਖਾਤੇ ਵਿੱਚ ਨਹੀਂ ਗਿਣਿਆ ਜਾ ਸਕਦਾ। ਵਾਜ਼। ਮੈਂ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਇਮਾਰਤਾਂ ਬਣਾਈਆਂ ਤੇ ਮੈਂ ਆਪਣੇ ਲਈ ਤਾਕਸਤਾਨ ਲਾਏ। ਮੈਂ ਆਪਣੇ ਲਈ ਬਗੀਚੇ ਤੇ ਬਾਗ ਤਿਆਰ ਕੀਤੇ ਤੇ ਉਹਨਾਂ ਵਿੱਚ ਹਰ ਤਰ੍ਹਾਂ ਦੇ ਮੇਵੇਦਾਰ ਦਰਖਤ ਲਾਏ। ਮੈਂ ਆਪਣੇ ਲਈ ਤਲਾਬ ਬਣਾਏ ਭਈ ਉਹਨਾਂ ਵਿੱਚੋਂ ਬਾਗ ਦੇ ਰੁੱਖਾਂ ਦਾ ਜ਼ਖੀਰਾ ਸਿੰਚਾਂ। ਮੈਂ ਗੁਲਾਮਾਂ ਤੇ ਲੌਂਡੀਆਂ ਨੂੰ ਖਰੀਦਿਆ ਤੇ ਨੌਕਰ ਚਾਕਰ ਮੇਰੇ ਘਰ ਵਿੱਚ ਜੰਮੇ। ਤੇ ਜਿੰਨੇ ਮੈਥੋਂ ਪਹਿਲਾਂ ਯਰੂਸ਼ਲਮ ਸੀ ਉਹਨਾਂ ਤੋਂ ਕਿਤੇ ਬਹੁਤੀਆਂ ਗਾਈਆਂ ਢੱਗੇ ਤੇ ਭੇਡਾਂ ਦਾ ਮਾਲਕ ਸੀ। ਮੈਂ ਸੋਨਾ ਤੇ ਚਾਂਦੀ ਤੇ ਬਾਦਸ਼ਾਹਾਂ ਤੇ ਸੂਬਿਆਂ ਦਾ ਖਾਸ ਖਜ਼ਾਨਾ ਆਪਣੇ ਲਈ ਜਮ੍ਹਾਂ ਕੀਤਾ। ਮੈਂ ਗਾਉਣ ਵਾਲੇ ਤੇ ਗਾਉਣ ਵਾਲੀਆਂ ਨੂੰ ਰੱਖਿਆ ਤੇ ਬਨੀ ਆਦਮ ਦੇ ਐਸ਼ ਦੇ ਸਮਾਨ ਯਾਨੀ ਲੌਂਡੀਆਂ ਨੂੰ ਆਪਣੇ ਲਈ ਕਸਰਤ ਨਾਲ ਜਮ੍ਹਾਂ ਕੀਤਾ। ਇਸ ਲਈ ਮੈਂ ਬਜ਼ੁਰਗ ਹੋਇਆ ਤੇ ਉਹਨਾਂ ਸਾਰਿਆਂ ਤੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸੀ ਬਹੁਤ ਵੱਧ ਗਿਆ। ਮੇਰੀ ਹਿਕਮਤ ਵੀ ਮੈਥੋਂ ਕਾਇਮ ਰਹੀ, ਤੇ ਸਭ ਕੁਝ ਜੋ ਮੇਰੀਆਂ ਅੱਖੀਆਂ ਚਾਹੁੰਦੀਆਂ ਸੀ ਮੈਂ ਉਹਨਾਂ ਤੋਂ ਬਾਜ਼ ਨਾ ਰਿਹਾ। ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਦੀ ਖੁਸ਼ੀ ਤੋਂ ਨਾ ਰੋਕਿਆ, ਕਿਉਂ ਜੇ ਮੇਰਾ ਦਿਲ ਮੇਰੀ ਸਾਰੀ ਮਿਹਨਤ ਤੋਂ ਸ਼ਾਦਮਾਨ ਹੋਇਆ, ਤੇ ਮੇਰੀ ਸਾਰੀ ਮਿਹਨਤ ਤੋਂ ਮੇਰਾ ਬਖਰਾ ਇਹੀ ਸੀ। ਫਿਰ ਮੈਂ ਉਹਨਾਂ ਸਾਰੇ ਕੰਮਾਂ ਉੱਤੇ ਜਿਹੜੇ ਮੇਰੇ ਹੱਥਾਂ ਨੇ ਕੀਤੇ ਸੀ ਤੇ ਉਸ ਮਿਹਨਤ ਉੱਤੇ ਜਿਹੜੀ ਮੈਂ ਕੰਮ ਕਰਨ ਵਿੱਚ ਕੀਤੀ ਸੀ ਵੇਖਿਆ ਭਈ ਸਾਰਾ ਇਲਜ਼ਾਮ ਤੇ ਹਵਾ ਦੀ ਚਰਾਨ ਏ ਤੇ ਜੱਗ ਵਿੱਚ ਕੁਝ ਫਾਇਦਾ ਨਹੀਂ। ਵਾਜ਼। ਹੁਣ ਸਭ ਕੁਝ ਸੁਣਾਇਆ ਗਿਆ। ਕਲਾਮ ਦਾ ਹਾਸਲ ਇਹ ਹੈ, ਰੱਬ ਤੋਂ ਡਰ ਤੇ ਉਹਦੇ ਹੁਕਮਾਂ ਨੂੰ ਮੰਨ ਭਈ ਇਨਸਾਨ ਦਾ ਅਸਲ ਫਰਜ਼ ਇਹੀ ਏ। ਮਰਕਸ। ਜਦ ਯਿਸੂ ਫੇਰ ਕਸ਼ਤੀ ਵਿੱਚ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਕੋਲ ਇਕੱਠਾ ਹੋਇਆ ਤੇ ਉਹ ਝੀਲ ਦੇ ਕੰਢੇ ਉੱਤੇ ਸੀ। ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਤੇ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ
ਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਾ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਿਸੂ ਦਾ ਹਾਲ ਸੁਣ ਕੇ ਜੱਥੇ ਵਿੱਚੋਂ ਉਹਦੇ ਮਗਰ ਆਈ ਤੇ ਉਹਦੇ ਲਿਬਾਸ ਨੂੰ ਛੂਹਿਆ, ਕਿਉਂ ਜੇ ਉਹ ਆਖਦੀ ਸੀ ਭਈ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ ਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਭਈ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਭਈ ਮੇਰੇ ਵਿੱਚੋਂ ਕੂਵਤ ਨਿਕਲੀ, ਉਸ ਜੱਥੇ ਵਿੱਚ ਮਗਰ ਮੁੜ ਕੇ ਆਖਿਆ, ਕਿਹਨੇ ਮੇਰਾ ਲਿਬਾਸ ਛੂਹਿਆ? ਉਹਦੇ ਚੇਲਿਆਂ ਨੇ ਉਹਨੂੰ ਆਖਿਆ, ਤੂੰ ਵੇਖਦਾ ਹੈ ਜੱਥਾ ਤੇਰੇ ਉੱਤੇ ਡਿੱਗਦਾ ਪਿਆ ਏ ਤੇ ਤੂੰ ਆਖਦਾ ਹੈ ਮੈਨੂੰ ਕਿਹਨੇ ਛੂਹਿਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿੰਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਤੇ ਸਾਰਾ ਹਾਲ ਸੱਚ-ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਗਲੀਤੀਓਂ, ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ। ਇਸ ਲਈ ਕਾਇਮ ਰਹੋ ਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜਿੱਤੋ, ਕਿਉਂ ਜੇ ਅਸੀਂ ਰੂਹ ਦੇ ਪਾਰੋਂ ਈਮਾਨ ਨਾਲ ਰਾਸਤਬਾਜ਼ੀ ਦੀ ਆਸ ਪੂਰੀ ਹੋਣ ਦੀ ਉਡੀਕ ਕਰਨ ਵਾਲੇ ਹਾਂ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਬੁਲਾਏ ਗਏ ਹੋ, ਪਰ ਇੰਜ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਪਿਆਰ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤਾਂਗ ਕਰਦਾ ਹੈ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਿਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ। ਰੋਮੀਓ, ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਹੈ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਹੈ ਤੇ ਨਾ ਹੋ ਸਕਦੀ ਹੈ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਸ਼ਰਤ ਇਹ ਹੈ ਕਿ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਹੈ, ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਵੀ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮਮੇਰਾਸ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਰੂਹਾਨੀਅਤ ਲਈ ਇਨਸਾਨੀ ਨਸਲ ਦੀ ਇੱਕ ਤਾਂਘ ਨੂੰ ਪੂਰਾ ਕਰਦੀ ਏ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਸਾਡੀ ਤਰੱਕੀ ਦਾ ਅੰਦਾਜ਼ਾ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਸਾਡੀਆਂ ਹਮਦਰਦੀਆਂ ਕੀ ਔਕਾਤ ਰੱਖਦੀਆਂ ਨੇ, ਤੇ ਰੱਬ ਦੇ ਤੌਰ ਤੇ ਅਸੀਂ ਕਿਹਨੂੰ ਮੰਨਦੇ ਤੇ ਕਿਹਦੇ ਹੁਕਮ ਉੱਤੇ ਟੁਰਦੇ ਹਾਂ। ਜੇ ਇਲਾਹੀ ਮੁਹੱਬਤ ਸਾਡੇ ਲਈ ਕਰੀਬੀ, ਅਜ਼ੀਜ਼ ਤੇ ਬਹੁਤੀ ਅਸਲੀ ਬਣ ਰਹੀ ਏ, ਤੇ ਫਿਰ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਏ। ਜਿਨ੍ਹਾਂ ਸ਼ੈਵਾਂ ਦੇ ਮਗਰ ਅਸੀਂ ਨੱਸਦੇ ਹਾਂ ਤੇ ਜਿਸ ਰੂਹ ਨੂੰ ਅਸੀਂ ਜ਼ਾਹਰ ਕਰਦੇ ਹਾਂ, ਉਹ ਸਾਡੀ ਸੋਚ ਨੂੰ ਜ਼ਾਹਰ ਕਰਦੀ ਏ ਤੇ ਸਾਨੂੰ ਦੱਸਦੀ ਏ ਵੀ ਅਸੀਂ ਕੀ ਜਿੱਤ ਰਹੇ ਹਾਂ। ਕਾਮਲ ਸਿਆਣ ਕਾਮਲੀਅਤ ਪੈਦਾ ਕਰਦੀ ਏ, ਕਿਉਂ ਜੇ ਰੱਬ ਸਿਆਣ ਏ। ਗੈਰ ਕਾਮਲ ਫਾਨੀ ਸਿਆਣ ਆਪਣੀਆਂ ਮੁਸ਼ਾਬਤਾਂ ਪੈਦਾ ਕਰਦੀ ਏ, ਜਿਹਦੇ ਬਾਰੇ ਸਿਆਣੇ ਇਨਸਾਨ ਨੇ ਆਖਿਆ ਸਭ ਬਾਤਲ ਏ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਏ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪ੍ਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸੱਚਾਈ ਏ, ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਏ। ਕ੍ਰਿਸਚਨ ਸਾਇੰਸ ਦੀਆਂ ਜਿੱਤਾਂ ਗਲਤੀ ਤੇ ਤਬਾਹੀ ਉੱਤੇ ਮੁਸ਼ਤਮਿਲ ਨੇ, ਜਿਨ੍ਹਾਂ ਤੋਂ ਪਾਪ, ਬਿਮਾਰੀ ਤੇ ਮੌਤ ਦੇ ਅਫਸੋਸਨਾਕ ਅਕੀਦੇ ਪੈਦਾ ਹੁੰਦੇ ਨੇ। ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ
पर हुण मेरी अख तैनूं वेखदी ਏ। बशर अयूब दे ख्यालां नूं फैलाउणगे जदों मादे दी फर्जी तकलीफ ते खुशी अगे वधना छड्ड दिंदे ने। फिर ਉਹ हयाती ते खुशी दुख ते शादमानी दे झूठे अंदाजे लाउणगे ते ਉਹ बेगर्जी सबर नाल काम करन ते उन्हां सारिਆਂ ਨੂੰ जितदिਆਂ होए ਜਿਹੜੇ रब वांगर नहीं मुहब्बत दी नेमत हासिल करनगे। एक उच्चे नुक्ता नज़र तो शुरू करदिਆਂ होए एक बंदा खुद साख्ता वधदा है जिवें भई लोग किसी कोशिश तो बगैर अपने आप लो नूं खारिज कर दईए, क्यों जे जिथे तेरा खजाना है उत्थे तेरा दिल भी लग्या रहेगा। इलाही साइंस हयाती ते जहानत दियां फर्जी मादी नियमां उत्ते अपने खास हमले दा काम करदी ਏ। ਇਹ बुत परस्ती उत्ते हुकूमत करदी ਏ। दूजे देवतावां, दूजे खालकां ते दूजियां मखलूकां उत्ते ईमान नूं क्रिश्चन साइंस दे मुकाबले विच चुकना पवेगा। ਇਹ पाप दे नतीजिਆਂ ਨੂੰ बेपर्दा करदी ਏ जिवें बीमारी ते मौत विच विखाया गया है। इंसान रूह दी जन्नत विच बंदियां दे विचाले पलौठे दी मिरास विच क्रिश्चन साइंस दे खुलण वाले बूहे विचों कदों लंघेगा। सच्चाई सचमुच राह है। पुराने मसीही इलाज करन वाले सी। मसीहत दा ਇਹ अंसर गवाच क्यों गया है? क्यों जे साडा मजहबी निज़ाम घट्टो घट्ट साडे तिब्बी निज़ामां दे हेठां आ गया है। पहली बुत परस्ती मादे उत्ते यकीन सी। स्कूलों ने खुदाई उत्ते ईमान की बजाय मनशियात दे फैशन उत्ते ईमान नूं वधाया है। मादे दे अपने ही मुखालफ नूं तबाह करन दा यकीन करदिਆਂ होए सेहत ते हमांगी नूं कुर्बान कर दिता गया है। इस तरह के निज़ाम रूहानी कुवत की वहदत तो खाली हुंदे ने जिहदे पारों मादी सोच साइंस की गुलाम बनाई जाती है ते मजहब मसीह वांगर बन जाता है। मादी दवा रब की ताकत की थां मनशियात नाल बदल देंदी है। इत्थे तिकर पई इंसानी ताकत नाल भी तां जो बदन नूं ठीक कर सके। वो फलसफियाना निज़ाम जिहड़ा मुक्ति लई इलाही असूल यसू उत्ते इंसान के तौर पर जिहड़ा रब दा शफा देने वाला नुमाइंदा है ते उहदी साइंस की बजाय किसी बंदे उत्ते अमल करदा है वो चुप करा दिता गया है। क्यों जे सच्चाई उन्हां दी फर्जी ताकत की मादी दवा नूं वंडदी ते रूह नूं बालादस्ती दे कपड़े पाउंदी है। की तहजीब बुत परस्ती की एक आला किस्म है भई इंसान नूं बदन उत्ते फेरन वाले बुरश उन्न दे कपड़ियां नहाउण खुराक वर्जिश ते हवा अगे झुकना चाहिए है। इलाही ताकत इंसान लई इन्ना कुछ करन दे काबिल नहीं जिन्ना वो अपने आप लई कर सकता है। ख्यालां दे नक्शे कदम मादी नुक्ता नज़र तो उच्चे उठदिਆਂ होए बहुत सुस्त ने ते मुसाफिर दी लंबी रात वल इशारा करदे ने, पर उहदी हजूरी दे फरिश्ते वो रूहानी इल्हाम जिहड़े सानू दसदे ने पई रात कदों दी लंघ गई ते दिन निकलन वाला है उदासी विच साडे निगाहबान हुंदे ने। साइंस बदनी हिस्सां दी झूठी गवाही नूं तब्दील करदी है ते इस तब्दीली दे पारों इंसान हस्ती दे बुनियादी हकाइकां तिकर अपड़दे ने। फिर अपने आप ये सवाल उठदा है जे मादी हिस्सा इशारे करन भई इंसान चंगी सेहत रखदा है ते की वो इंसान असल विच बीमार है? जी नहीं, क्यों जे वो मादा इंसान लई कोई शर्तां नहीं रख सकदा। ते की वो असल विच ठीक है जे हिस्सा आखदियां ने भई वो बीमार है? जी नहीं, वो उस साइंस विच ठीक है जिहदे विच सेहत मामूली है ते बीमारी गैर मामूली है। सेहत मादे की हालत नहीं बल्कि सियान की हालत है ते ना ही मादी हिस्सा सेहत के मौजू उत्ते भरोसे के काबिल गवाही पेश कर सकदियां ने। शफाइया सियान की साइंस किसी कमजोर लई यह होना नामुमकिन बयान करदी है जबकि सियान लई इहदी असल तस्दीक करना या इंसान की असल हालत नूं जाहिर करना मुमकिन पेश करदी है। इस लई साइंस का इलाही असूल बदनी हिस्सा की गवाही नूं बदलने होए इंसान नूं बतौर सच्चाई हमांगी दे नाल मौजूद होना जाहिर करता है जिहड़ा सेहत की कली न्यो है ते इंज साइंस सारी बीमारी तो इनकार करदी, बीमार नूं शफा देंदी, झूठी गवाही नूं बर्बाद करदी ते मादी मंतक की तरदीद करदी है। सोच घट करन या रसौली नूं खत्म करन या बदनी बीमारी का इलाज करन लई मैं दूजे सारे निक्के इलाजां की निस्बत इलाही सच्चाई नूं बहुता ताकतवर पाया है ते क्यों नहीं जबकि सियान यानी रब भी सारी वजूदियत दा मंबा ते लाजमी शर्त है। किसी बंदे नूं ये फैसला करन तो पहला भई बदन यानी मादा खराब हो गया है उन्हें पूछना चाहिए है तू कौन है जिहड़ा रब दे सामने जवाब देना है? की मादा आप गल कर सकता है या की ये हयाती दे मामलिਆਂ नूं समझदा है? मादा जिहड़ा ना दुख सह सकदा ते ना खुश हो सकदा है उहदा पीड़ या खुशी दे नाल कोई हिस्सा नहीं बल्कि फानी अकीदे दा इंज दा हिस्सा जरूर है।
ਫਾਨੀ ਇਨਸਾਨ ਫਾਨੀ ਨਹੀਂ ਰਹੇਗਾ ਜਦ ਉਹ ਇਹ ਜਾਣ ਲੈਂਦਾ ਹੈ ਵੀ ਮਾਦਾ ਕਦੀ ਵਜੂਦ ਬਰਕਰਾਰ ਨਹੀਂ ਰੱਖ ਸਕਦਾ ਤੇ ਰੱਬ ਨੂੰ ਤਬਾਹ ਨਹੀਂ ਕਰ ਸਕਦਾ ਜਿਹੜਾ ਇਨਸਾਨ ਦੀ ਹਯਾਤੀ ਏ। ਜਦ ਇਹ ਸਮਝ ਲਿਆ ਜਾਂਦਾ ਹੈ ਤੇ ਇਨਸਾਨ ਹੋਰ ਰੂਹਾਨੀ ਹੋ ਜਾਵੇਗਾ ਤੇ ਇਹ ਜਾਣ ਲਵੇਗਾ ਵੀ ਕੁਝ ਵੀ ਹੜੱਪ ਕਰਨ ਨੂੰ ਨਹੀਂ ਏ, ਕਿਉਂ ਜੇ ਰੂਹ ਰੱਬ ਹੀ ਸਭ ਕੁਝ ਏ। ਕੀ ਹੋਇਆ ਜੇ ਈਮਾਨ ਹੀ ਖਪਤ ਹੋਵੇ? ਰੱਬ ਇਨਸਾਨ ਲਈ ਉਹਦੇ ਈਮਾਨ ਤੋਂ ਵੱਧ ਕੇ ਹੈ ਤੇ ਜਿੰਨਾ ਅਸੀਂ ਮਾਦੇ ਨੂੰ ਜਾਂ ਉਹਦੇ ਕਾਨੂੰਨਾਂ ਨੂੰ ਮੰਨਦੇ ਹਾਂ ਉਹਨਾਂ ਬਹੁਤਾ ਹੀ ਅਸੀਂ ਲਾਫਾਨੀਅਤ ਦੀ ਮਲਕੀਅਤ ਰੱਖਦੇ ਹਾਂ। ਜਦੋਂ ਮਾਦੇ ਉੱਤੇ ਹੀ ਅਕੀਦੇ ਨੂੰ ਫਤਹ ਕਰ ਲਿਆ ਜਾਂਦਾ ਹੈ ਤੇ ਸ਼ਾਊਰ ਚੰਗਾ ਬਦਨ ਬਣਾਉਂਦਾ ਹੈ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾ ਦੇਵੇਗੀ। ਰੱਬ ਨੂੰ ਦੁਖੀ ਕਰਨ ਦੇ ਸਵਾਦ ਤੁਸੀਂ ਕਦੀ ਨਹੀਂ ਡਰੋਗੇ ਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਭਈ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਹੈ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਹੈ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਹੈ, ਕਿਉਂ ਜੇ ਰੱਬ ਸਭ ਦਾ ਹਾਕਮ ਹੈ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਹੈ। ਰੂਹ ਲਾਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ, ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਹੁਣ ਮੈਂ ਮੇਰੀ ਬੇਕਰ ਗੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।